वाहिगुरु साहिब जी। ज्ञान ध्यान किश कर्म ना जाना, सार ना जाना तेरी। सब ते वड्डा सतगुर नानक, जिन कल राखी मेरी। वाहिगुरु साहिब जी। कत्तिक कर्म कमावणे, दोष न काहू जोग। परमेश्वर ते भुलिया, व्यापन सभे रोग। बेमुख होए राम ते, लगन जन्म विजोग। खिन मह कौड़े होए गए, जितड़े माया भोग। विच ना कोई कर सकै, किस थै रोमै रोज। कीता किशु ना होवई, लिखिया धुर संजोग। बड़ भागी मेरा प्रभ मिलै, तां उतरै सब विजोग। नानक को प्रभ राख ले, मेरे साहिब बंदी मोच। कत्तिक होवै साध संग, बिन सैं सभे सोच। वाहिगुरु जी का खालसा, वाहिगुरु जी की फतेह। जुगो जुग अटल नाम बाणी दे बोहित, नेक लंक अवतार शब्द ब्रह्म सतगुरु धन धन श्री गुरु ग्रंथ साहिब पातशाह जी की पावन पवित्र गोद विच जुड़ बैठी गुरु प्यारी साध संगत जीओ। 12वां बाणी दे विचों पावन शब्द का आप जी ने पाठ सुनिया है, जो कि कत्तक महीने दे नाल संबंध रखता है। जिस तरह 12 माह का अर्थ 12 महीने है, साडे देसी महीने कहा जाता है। भाव साडे इस भारत देश दे विच सूरज ते चंद के हिसाब दे नाल दिन महीने मन्ने जाते हैं। सो खास करके जदों सूरज की रास बदलती है तो उस दिन महीना भी बदलता है, मौसम भी बदलता है। सो गुरु साहब कृपा करन, आओ गुरमत विचारां दे नाल सांझ पाइए। इस तो पहला सारी संगत एक बार रसना पवित्र करो, गुर फतेह की सांझ करो। आखो जी वाहिगुरु जी का खालसा, वाहिगुरु जी की फतेह। पहला तो अज वाल्मीकि समाज के अंदर वाल्मीकि जी ऋषि महापुरुख जिन्हां दा अज प्रगट दिन है। सो उन्हां दा सब संसार नूं, सब संगतां नूं इस दियां मुबारकां होण, क्योंकि जिहड़ी वाल्मीकि रामायण उहदे रचेता ने वो, ते वाल्मीकि रामायण दे विच उन्हां ने जिहड़े रामचंद्र जी वालों ते जो जो कर्म कीते ने सही या गलत, उन्हां सारियां दा उन्होंने खुलासा किया। जिथे उन्होंने चंगा किया चंगे की गल भी की है, जिथे उन्होंने धक्का किया उहदी भी गल की। सो उस दे रचेता ने इस करके सनातन
ਮੱਤ ਦੇ ਵਿੱਚ ਰਮਾਇਣਾਂ ਬਹੁਤ ਨੇ, ਉਸ ਤੋਂ ਬਾਅਦ ਹੋਂਦ ਵਿੱਚ ਆਈਆਂ। ਸੋ ਉਸ ਸੱਚ ਨੂੰ ਛੁਪਾਉਣ ਦਾ ਯਤਨ ਕੀਤਾ ਗਿਆ, ਜਿਹਦੇ ਕਰਕੇ ਅਸਲ ਜਿਹੜੀ ਵਾਲਮੀਕ ਦੀ ਰਮਾਇਣ ਹੈ ਉਸ ਨੂੰ ਲੁਪਤ ਕੀਤਾ ਹੈ। ਸੋ ਲੇਕਿਨ ਕੁਝ ਵੀ ਜੋ ਅੱਖਰ ਲਿਖੇ ਆਖੇ ਜਾਂਦੇ ਨੇ ਉਹ ਲੁਪਤ ਹੁੰਦੇ ਨਹੀਂ, ਤੇ ਉਹ ਅੱਜ ਵੀ ਜਿਹੜਾ ਹੈ ਸਮਾਜ ਨੂੰ ਸੇਧ ਦੇਵੇਗਾ ਤੇ ਦਿੰਦਾ ਰਹੇਗਾ। ਸੋ ਅੱਜ ਜਿੱਥੇ ਕੱਤਕ ਦੀ ਸੰਗਰਾਂਦ ਹੈ, ਸੰਗਰਾਂਦ ਦਾ ਦਿਨ ਸਨਾਤਨ ਮੱਤ ਦੇ ਵਿੱਚ ਮੰਦਰਾਂ ਦੇ ਵਿੱਚ ਮਨਾਇਆ ਜਾਂਦਾ, ਪੂਜਿਆ ਜਾਂਦਾ। ਸਿੱਖ ਮੱਤ ਦੇ ਅੰਦਰ ਕੇਵਲ ਪੂਜਾ ਅਕਾਲ ਪੁਰਖ ਦੀ ਹੁੰਦੀ ਹੈ, ਇਸ ਕਰਕੇ ਉਪਦੇਸ਼ ਹੁੰਦੇ ਨੇ। ਗੁਰਬਾਣੀ ਨੇ ਉਪਦੇਸ਼ ਦਿੱਤੇ ਨੇ ਜੀਵਨ ਦਾ ਪੱਧਰ ਉੱਚਾ ਚੱਕਣ ਲਈ। ਸੋ ਜਿਸ ਤਰ੍ਹਾਂ ਹੁਣ ਅੱਸੂ ਮਹੀਨਾ ਸਮਾਪਤ ਹੋਇਆ ਹੈ, ਕੱਤਕ ਮਹੀਨਾ ਆਰੰਭ ਹੋਇਆ ਹੈ। ਕੱਤਕ ਮਹੀਨੇ ਦੇ ਵਿੱਚ ਹੁਣ ਜਿਹੜੀ ਦਿਨ ਪਰ ਦਿਨ ਥੋੜੀ ਥੋੜੀ ਜਿਹੜੀ ਠੰਡਕ ਹੈ ਵੱਧਦੀ ਜਾਣੀ, ਚੰਗੀ ਲੱਗਣੀ, ਆਪਣੇ ਤਨ ਨੂੰ ਬਹੁਤ ਵਧੀਆ ਮੌਸਮ ਲੱਗਦਾ ਹੈ। ਸੋ ਸਤਿਗੁਰੂ ਪਾਤਸ਼ਾਹ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪਾਵਨ ਉਪਦੇਸ਼ਾਂ ਦੇ ਵਿੱਚ ਸਾਨੂੰ ਸਮਝਾਇਆ, ਕੱਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ। ਹੁਣ ਕੱਤਕ ਦਾ ਅਰਥ, ਜਿੱਥੇ ਕੱਤਕ ਮਹੀਨਾ ਲੈਣਾ ਹੈ, ਉੱਥੇ ਕੱਤਕ ਦਾ ਅਰਥ ਅਸੀਂ ਆਪਣਾ ਇਹ ਜੀਵਨ ਵੀ ਲੈਣਾ, ਇਹ ਮਨੁੱਖਾ ਜੀਵਨ, ਇਹ ਸਾਡੀ ਜ਼ਿੰਦਗੀ। ਤੇ ਸਤਿਗੁਰੂ ਕਹਿੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਅਸੀਂ ਕਰਮ ਕਮਾਉਂਦੇ ਆ, ਉਹਨਾਂ ਦੇ ਵਿੱਚ ਜਿਹੜੇ ਅਸੀਂ ਨਖਿੱਧ ਕਰਮ ਕਰਦੇ ਆ, ਬੁਰੇ ਕਰਮ ਕਰਦੇ ਆ, ਤੇ ਕੁਝ ਬੁਰੇ ਕਰਮ ਸਾਡਾ ਆਪਣਾ ਨੁਕਸਾਨ ਵੀ ਕਰਦੇ ਨੇ, ਕੁਝ ਬੁਰੇ ਕਰਮ ਦੂਸਰਿਆਂ ਦਾ ਨੁਕਸਾਨ ਵੀ ਕਰਦੇ ਨੇ। ਆਪਣਾ ਜੀਵਨ ਜਿਹੜਾ ਸਾਡਾ ਹੈ, ਇਹਦੇ ਵਿੱਚ ਅਸੀਂ ਕੀ ਕਰਨਾ ਹੈ, ਉਹਨੂੰ ਕਈ ਵਾਰੀ ਅਸੀਂ ਭੁੱਲ ਕੇ ਜੋ ਨਹੀਂ ਕਰਨਾ ਉਹ ਅਸੀਂ ਕਰਦੇ ਹਾਂ, ਤੇ ਫਿਰ ਜੋ ਅਸੀਂ ਕਰਨਾ ਹੈ ਉਹਦਾ ਫਲ ਵੀ ਅਸੀਂ ਹੀ ਭੋਗਣਾ ਹੈ। ਸਤਿਗੁਰੂ ਨੇ ਸਾਨੂੰ ਬਹੁਤ ਸਪਸ਼ਟ ਕਿਹਾ, ਜਾਂ ਕੀਤਾ ਪਾਈਏ ਆਪਣਾ ਤਾਂ ਘਾਲ ਬੁਰੀ ਕਿਉਂ ਘਾਲੀਏ। ਕਹਿੰਦੇ ਜੇ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਤੁਸੀਂ ਕੀਤਾ ਹੈ ਉਹਦਾ ਤੁਹਾਨੂੰ ਫਲ ਮਿਲਣਾ ਹੈ, ਤੇ ਮਾੜੇ ਕਰਮ ਕਿਉਂ ਕਰੀਏ। ਪਰ ਅਸੀਂ ਇਸ ਗੱਲ ਨੂੰ ਨਹੀਂ ਸਮਝ ਰਹੇ। ਅਸੀਂ ਇਹ ਸੋਚ ਰਹੇ ਹਾਂ ਕਿ ਜੋ ਅਸੀਂ ਕਰ ਰਹੇ ਹਾਂ ਕਿਹੜਾ ਕਿਸੇ ਨੂੰ ਪਤਾ ਹੈ, ਕਿਹੜਾ ਕੋਈ ਦੇਖਦਾ ਹੈ। ਅਸੀਂ ਚੋਰੀ ਕਰ ਰਹੇ ਹਾਂ। ਸਾਡਾ ਸੁਭਾਅ ਬਣ ਗਿਆ ਕਿ ਜਿਹੜੇ ਅਸੀਂ ਬੁਰਾਈਆਂ ਕਰਦੇ ਹਾਂ ਅਸੀਂ ਉਹ ਚੋਰੀ ਕਰਦੇ ਹਾਂ, ਜਿਹੜੀਆਂ ਚੰਗਿਆਈਆਂ ਕਰਦੇ ਹਾਂ ਉਹ ਜਾਰੀ ਕਰਦੇ ਹਾਂ। ਚੰਗਾ ਕਰਮ ਅਸੀਂ ਜ਼ਾਹਰ ਤੌਰ ਤੇ ਕਰਦੇ ਹਾਂ, ਮਾੜਾ ਕਰਮ ਲੁਕ ਕੇ ਕਰਦੇ ਹਾਂ। ਬਾਣੀ ਕਹਿੰਦੀ ਕਿ ਤੁਸੀਂ ਜਿਹੜਾ ਮਾੜਾ ਕਰਮ ਲੁਕ ਕੇ ਕਰਦੇ ਹੋ ਨਾ, ਸੋਚਦੇ ਹੋ ਕਿ ਕੋਈ ਦੇਖਦਾ ਨਹੀਂ, ਇਹ ਭੁਲੇਖਾ ਹੈ। ਕਹਿੰਦੇ ਨੇ ਸਭ ਕੁਝ ਵੇਖਦਾ, ਭਾਵੇਂ ਤੁਸੀਂ ਕਿੰਨੇ ਵੀ ਪਰਦੇ ਕਰ ਲਓ, ਕਿੰਨੇ ਵੀ ਲੁਕ ਕੇ ਕਰ ਲਓ, ਕਿੰਨੇ ਵੀ ਧਰਤੀ ਦੇ ਵਿੱਚ ਬਹਿ ਕੇ, ਭੋਰਿਆਂ ਦੇ ਵਿੱਚ ਬਹਿ ਕੇ ਕਰਮ ਮਾੜੇ ਕਰ ਲਓ, ਉਹ ਬਾਣੀ ਕਹਿੰਦੀ ਕਿ 4 ਕੁੰਟਾਂ 'ਚ ਪਤਾ ਲੱਗ ਜਾਏਗਾ, ਲੁਕਣੇ ਨਹੀਂ, ਛੁਪਣੇ ਨਹੀਂ। ਤੇ ਫਿਰ ਅਸੀਂ ਆਪਣੇ ਕੀਤੇ ਹੋਏ ਕਰਮਾਂ ਮੁਤਾਬਕ ਫਲ ਭੋਗਦੇ ਹਾਂ। ਉਹਦੇ ਮੁਤਾਬਕ ਕਈ ਵਾਰ ਅਸੀਂ ਜੋ ਸੋਚੀ ਪਏ ਹੁੰਦੇ ਹਾਂ, ਜੋ ਅਸੀਂ ਚਾਹੁੰਦੇ ਹੁੰਦੇ ਹਾਂ, ਤੇ ਉਹ ਜਦੋਂ ਅਸੀਂ ਕਰਦੇ ਹਾਂ ਤੇ ਉਹ ਸਾਨੂੰ ਉਹਦਾ ਫਲ ਮਿਲਦਾ ਨਹੀਂ। ਫਿਰ ਸਾਨੂੰ ਦੁੱਖ ਲੱਗਦਾ ਹੈ, ਗੁੱਸਾ ਲੱਗਦਾ ਹੈ ਕਿ ਅਸੀਂ ਆਹ ਕਰਮ ਤੇ ਚੰਗੇ ਲਈ ਕੀਤਾ ਸੀ, ਫਿਰ ਇਹਦਾ ਚੰਗਾ ਫਲ ਕਿਉਂ ਨਹੀਂ ਮਿਲਿਆ। ਪਰ ਇਹ ਨਹੀਂ ਸੋਚਿਆ ਕਿ ਜਿਹੜੇ ਪਹਿਲਾਂ ਤੁਸੀਂ ਬੁਰੇ ਕਰਮ ਕੀਤੇ ਨੇ, ਇਸ ਕਰਕੇ ਉਹ ਇੱਥੇ ਵੀ ਤੁਹਾਡੇ ਤੇ ਅਸਰ ਕਰਦਾ ਹੈ, ਇਸ ਕਰਕੇ ਇਹਦਾ ਚੰਗਾ ਫਲ ਨਹੀਂ ਪ੍ਰਾਪਤ ਹੋਇਆ। ਫਿਰ ਅਸੀਂ ਉਹ ਤੋਂ ਬਾਅਦ ਜਵਾਬਦੇਹ ਹੁੰਦੇ ਹਾਂ ਲੋਕਾਂ ਨੂੰ
ਜਦੋਂ ਦੂਸਰਿਆਂ ਨੂੰ ਜਵਾਬਦੇ ਹੁੰਦੇ ਆ ਤੇ ਉਸ ਵਕਤ ਫਿਰ ਜਦੋਂ ਸਾਡੇ ਨਾਲ ਕਿਸੇ ਦੀ ਗੱਲ ਹੁੰਦੀ ਹੈ ਫਿਰ ਅਸੀਂ ਕਹਿੰਦੇ ਆ ਵੀ ਇਹ ਫਲਾਣੇ ਬੰਦੇ ਦੀ ਗਲਤੀ ਸੀ, ਮੇਰਾ ਕੰਮ ਤੇ ਬਣ ਜਾਣਾ ਸੀ, ਉਹਨੇ ਨਹੀਂ ਬਣ ਦਿੱਤਾ, ਉਹਨੇ ਭਾਨੀ ਮਾਰ ਦਿੱਤੀ, ਉਹਨੇ ਨੁਕਸਾਨ ਕਰ ਦਿੱਤਾ, ਉਹ ਝੂਠ ਬੋਲ ਗਿਆ। ਅਸੀਂ ਫਿਰ ਦੂਸਰੇ ਤੇ ਦੋਸ਼ ਮੜਦੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦੋਸ਼ ਨਾ ਦਿਓ ਕਿਸੇ ਨੂੰ। ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਿਸੇ ਦੂਜੇ ਨੂੰ ਦੋਸ਼ ਨਹੀਂ ਦੇਣਾ, ਕਿਉਂਕਿ ਇਹ ਤਾਂ ਕੁਛ ਹੁੰਦਾ ਹੈ ਜਦੋਂ ਅਸੀਂ ਰੱਬ ਨੂੰ ਭੁੱਲਦੇ ਹਾਂ। ਜਦੋਂ ਰੱਬ ਨੂੰ ਭੁੱਲਦੇ ਹਾਂ ਫਿਰ ਅਸੀਂ ਗਲਤੀ ਕਰਦੇ ਹਾਂ, ਫਿਰ ਆਪਣੀ ਹੋਂਦ ਅਲੱਗ ਸਮਝਦੇ ਹਾਂ, ਫਿਰ ਅਸੀਂ ਆਪੇ ਹੀ ਉਹਦੇ ਮਾਲਕ ਬਣਦੇ ਹਾਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸਾਰਾ ਕੁਝ ਵਾਪਰਦਾ ਹੀ ਤਾਂ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਾਰੀਆਂ ਬਿਮਾਰੀਆਂ ਆ ਚਿੰਬੜਦੀਆਂ ਨੇ ਜਦੋਂ ਅਸੀਂ ਰੱਬ ਨੂੰ ਭੁੱਲਦੇ ਹਾਂ, ਅਕਾਲ ਪੁਰਖ ਨੂੰ ਭੁੱਲਦੇ ਹਾਂ। ਉਹਨੂੰ ਭੁੱਲ ਕੇ ਬੰਦਾ ਫਿਰ ਆਪਣੀ ਹੋਂਦ ਅਲੱਗ ਸਮਝਦਾ, ਆਪਣੇ ਆਪ ਨੂੰ ਕਈ ਕੁਛ ਸਮਝਦਾ, ਆਪਣੀ ਮੱਤ ਦੇ ਉੱਤੇ ਜ਼ੋਰ ਦਿੰਦਾ, ਦੂਸਰਿਆਂ ਦੀ ਮੱਤ ਤੇ ਦਿੰਦਾ। ਤੇ ਇਸ ਲਈ ਬਾਣੀ ਕਹਿੰਦੀ ਹੈ ਕਿ ਭਾਈ ਭੁੱਲੋ ਨਾ ਪਰਮਾਤਮਾ ਨੂੰ, ਉਹਨੂੰ ਯਾਦ ਰੱਖੋ। ਜਦੋਂ ਉਹਨੂੰ ਯਾਦ ਰੱਖੋਗੇ ਤੇ ਫਿਰ ਕੰਮ ਵੀ ਚੰਗੇ ਕਰਮ ਕਰਾਂਗੇ। ਜੇ ਭੁੱਲਾਂਗੇ ਤੇ ਕੰਮ ਚੰਗੇ ਨਹੀਂ ਕਰਾਂਗੇ, ਯਾਦ ਰੱਖਾਂਗੇ ਤੇ ਚੰਗੇ ਕੰਮ ਆਪੇ ਹੋਣਗੇ। ਜਦੋਂ ਇਹ ਸਮਝਾਂਗੇ ਕਿ ਉਹ ਸਦ ਸੁਣਦਾ ਸਦ ਵੇਖਦਾ ਹੈ, ਫਿਰ ਅਸੀਂ ਕਵਾਂਗੇ ਜਦੋਂ ਅਸੀਂ ਕੋਈ ਚੋਰੀ ਜਾਰੀ ਕਰਨ ਲੱਗਦੇ ਹਾਂ, ਉਸ ਵਕਤ ਅਸੀਂ ਜਦੋਂ ਦੇਖਦੇ ਹਾਂ ਵੀ ਇਹ ਤਾਂ ਕੋਈ ਵੇਖ ਰਿਹਾ, ਤੇ ਉਹ ਤੋਂ ਬਾਅਦ ਅਸੀਂ ਕਹਿੰਦੇ ਵੀ ਨਹੀਂ, ਰੁਕ ਜਾਂਦੇ ਹਾਂ ਉਨੀ ਦੇਰ ਵਾਸਤੇ ਕਿ ਕੋਈ ਵੇਖ ਰਿਹਾ, ਇਹਨੂੰ ਲੰਘ ਲੈਣ ਜਾਂ ਲੁੱਕ ਕੇ ਹੋਰ ਕਿਤੇ ਚੱਲਦੇ। ਤੇ ਜਦੋਂ ਅਸੀਂ ਇਹ ਸਾਨੂੰ ਬਿਲਕੁਲ ਅਹਿਸਾਸ ਹੋ ਜਾਂਦਾ ਕਿ ਹੁਣ ਨਹੀਂ ਕੋਈ ਵੇਖਦਾ, ਫਿਰ ਅਸੀਂ ਬੁਰਾਈ ਕਰਦੇ। ਸਤਿਗੁਰੂ ਕਹਿੰਦੇ ਜਦੋਂ ਪਰਮੇਸ਼ਰ ਨੂੰ ਆਪਣੇ ਸਿਰ ਤੇ ਸਮਝੋਗੇ ਕਿ ਉਹ ਤਾਂ ਸਾਨੂੰ ਵੇਖਦਾ ਹੈ, ਉਹ ਤਾਂ ਸਾਨੂੰ ਵੇਖਦਾ ਹੈ ਤੇ ਸਦਾ ਹੀ ਵੇਖਦਾ, ਹਰ ਥਾਂ ਵੇਖਦਾ, ਉਹਦੇ ਤੋਂ ਕੋਈ ਛੁਪੀ ਹੋਈ ਗੱਲ ਨਹੀਂ। ਜਿਹਨੂੰ ਸਨਾਤਨ ਮੱਤ ਨੇ ਚਿੱਤਰਗੁਪਤ ਕਿਹਾ, ਕਹਿੰਦੇ ਜਿਹੜਾ ਚਿੱਤਰਗੁਪਤ ਹੈ ਤੁਹਾਡੇ ਨਾਲ ਹੋ ਕੇ ਤੁਹਾਡੇ ਹਰ ਕਰਮ ਨੂੰ ਵੇਖ ਰਿਹਾ, ਤੁਹਾਡੇ ਮੋਢਿਆਂ ਤੇ ਤੁਹਾਡੇ ਨਾਲ। ਹੁਣ ਮੋਢੇ ਥੋੜਾ ਲਾ ਕੇ ਆ ਗਏ, ਕਿਤੇ ਨਾਲ ਹੀ ਹੈ ਨਾ, ਵੇਖਦਾ ਹੈ। ਤੇ ਫਿਰ ਨਹੀਂ ਕਰਾਂਗੇ ਬੁਰਾਈ, ਮਾੜੇ ਕਰਮ ਨਹੀਂ ਕਰਾਂਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਕੋਲ ਸੰਗਤ ਆਈ ਹੈ। ਇੱਕ ਸਿੱਖ ਕਹਿੰਦਾ ਮਹਾਰਾਜ ਤੇ ਜਿਹੜੀਆਂ ਬੁਰਾਈਆਂ ਹੈ ਉਹ ਕਿੱਦਾਂ ਛੁੱਟਣ, ਮਾੜੇ ਕਰਮ ਉਹਨਾਂ ਤੋਂ ਕਿੱਦਾਂ ਛੁਟਕਾਰਾ ਹੋਵੇ। ਗੁਰੂ ਸਾਹਿਬ ਕਹਿੰਦੇ ਲਿਖ ਲਿਆ ਕਰੋ। ਮਹੀਨੇ ਬਾਅਦ ਦਰਸ਼ਨ ਕਰਨ ਆਉਂਦੇ ਸੀ, ਸਤਿਗੁਰੂ ਕਹਿੰਦੇ ਉਹ ਲਿਖ ਲਿਆ ਕਰੋ, ਜਿਹੜੇ ਮਾੜੇ ਕਰਮ ਕਰਦੇ ਉਹਨਾਂ ਨੂੰ ਨੋਟ ਕਰ ਲਿਆ ਕਰੋ ਆਪਣੇ ਕੋਲ ਕਾਗਜ਼ ਤੇ, ਰੋਜ਼ ਦੀ ਰੋਜ਼ ਕਰ ਲਿਆ ਕਰੋ ਕਿ ਅੱਜ ਮੈਂ ਬੁਰੇ ਕਰਮ ਕਰਨੇ ਕਿੰਨੇ ਕੀਤੇ, ਚੰਗੇ ਕਿੰਨੇ ਕੀਤੇ। ਮਹੀਨੇ ਬਾਅਦ ਆ ਕੇ ਫਿਰ ਮੈਨੂੰ ਚੈੱਕ ਕਰਾਣੇ। ਕਹਿੰਦਾ ਠੀਕ ਹੈ। ਉਸ ਤੋਂ ਬਾਅਦ ਉਹਨੇ ਕਾਗਜ਼ ਤੇ ਰੋਜ਼ ਲਿਖਣਾ ਸ਼ੁਰੂ ਕਰ ਦਿੱਤਾ ਕਿ ਮੈਂ ਗੁਰੂ ਸਾਹਿਬ ਨਾਲ ਵਾਅਦਾ ਕਰਕੇ ਆਇਆ। ਹੁਣ ਆਪਣੇ ਆਪ ਉਹਦੇ ਕਰਮ ਬਦਲਨੇ ਸ਼ੁਰੂ ਹੋ ਗਏ, ਆਪਣੇ ਆਪ ਕਰਮ ਬਦਲਨੇ ਸ਼ੁਰੂ ਹੋ ਗਏ ਕਿ ਜੇ ਮੈਂ ਆ ਚਿੱਠਾ ਬੁਰੇ ਕੰਮਾਂ ਦਾ ਲੈ ਕੇ ਗੁਰੂ ਕੋਲ ਜਾਵਾਂਗਾ ਤਾਂ ਕੀ ਕਹਿਣਗੇ, ਫਿਰ ਕੀ ਕਹਿਣਗੇ। ਇਹ ਸੋਚ ਕੇ ਉਹ ਕਰਮ ਬਦਲਣ ਲੱਗ ਗਏ, ਕਰਮਾਂ 'ਚ ਬਦਲਾਅ ਆਉਣ ਲੱਗੇ। ਇਸ ਤਰ੍ਹਾਂ ਜਦੋਂ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਾਂਗੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਜਦੋਂ ਇਹ ਸਮਝਾਂਗੇ ਤੇ ਫਿਰ ਤਾਂ ਹੋਏਗਾ ਨਾ, ਬੁਰਾ ਕਰਮ ਨਹੀਂ ਹੋਏਗਾ। ਫਿਰ ਕਿਸੇ ਨੂੰ ਦੋਸ਼ ਨਹੀਂ ਦੇਵਾਂਗੇ। ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬਸ ਸਾਰੀਆਂ ਬਿਮਾਰੀਆਂ ਦੀ ਜੜ ਇੱਕੋ ਹੀ ਹੈ ਕਿ ਅਸੀਂ ਭੁੱਲ ਗਏ ਹਾਂ, ਭੁੱਲ ਗਏ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜੇ ਭੁੱਲ ਗਏ ਹੋ, ਗੁਰੂ ਕੋਲ ਜਾ ਕੇ ਭੁੱਲਾਂ ਦੀ ਮਾਫੀ ਬਖਸ਼ਾ ਲਓ,
माफ़ी मंग लो। उस तो बाद गुरु की करेगा, पिछले अवगुण बख्श ले प्रभ, आगे मार्ग पावे। अगे तो गुरु कहेगा भी ध्यान रखियो। सतगुरु बचन करते हैं, कहते ने इत्थे ही नहीं गल मुक जाती। असी कहने ना कि गलती की, माफ़ी मंग लई ते गल मुक गई। सतगुरु पातशाह कहते ने जे तुसी कहना नहीं मनोगे ना, इस तरह करोगे, सतगुरु पातशाह कहते गुरु तो बेमुख हो के बहुत नुकसान होता है। बेमुख होए राम ते लगन जन्म विजोग। कहते जो वाहिगुरु तो तुसी बेमुख हो के जियोगे ना, जन्मां जन्मांतरां दे विछोड़े पै जाने ने। एक जन्म का विछोड़ा नहीं पैना, 1,84 का पैना है, बहुत बड़ा विछोड़ा पैना है। जन्मां जन्मांतरां दे विछोड़े तो पहला मसी निकले हैं। हुण मिलन दी वेला सी, ते जे हुण भी भुले रहे तो फिर उत्थे ही आ जावांगे ना। ते सतगुरु अगे वचन करते हैं, जन्मां जन्मांतरां दे विछोड़े पैने आ भाई, जे ना समझे। जीवन तो छोटा जिहा है, किते मता समझिए कि बहुत लंबी उम्र आ। गुरु कहते ने, कहते जो आखिर समा दा ना, मुकदा समा, ते फिर की हुंदा है, खिन में कौड़े होए गए जितड़े माया भोग। माया दे भोग किहड़े? जिहड़े असी खाने खाने पदार्थ, जो असी सोचते हैं, जो असी चंगे मंदे कर्म करते हैं, जो असी अपने शरीर लई, अपने मन लई, अपनी आत्मा के सुख लई दुनिया दे विचों असी अपनियां खुशियां लई भालदे सी, रब नूं भुल के। कहंदे ने जिन्ने मर्जी सुख आनंद माणे होण, जदों मौत का फरिश्ता सामने दिखदा ना, मौत दिखदी है, तो सतगुरु पातशाह कहंदे ने भी सारा कुछ फिर भुल जाता है, कौड़ा लगता है, कुछ भी नहीं चंगा लगता। खिन में कौड़े होए गए जितड़े माया भोग। कहंदे ने सारा कुछ फिर कुड़त्तण नजर आता, कुड़त्तण सारा कुछ। ते फिर उस वक्त फिर की करांगे? विच ना कोई कर सकै किस तैरो मैं रोज। कहंदे फिर कोई किसी ने विचोलगी थोड़ा कर लेनी है, कोई विचोलगी नहीं कर सकेगा, कोई बचा नहीं सकेगा। जिद्दां इत्थे कोई चंगे मंदे कर्म करदा ते कोई कहंदा चलो कोई नहीं अगे तो नहीं करेगा, मेरे कहे ते एक बारी छड्ड दिओ, कह दिंदे ना। फिर उत्थे नहीं किसी ने कहना कि मेरे कहे ते छड्ड दिओ, फिर रोई जाओ रोज। भावें जिद्दां हुण असीं ते किसी को रोज अपने दुख रोई जाइए, मेरे नाल इदां होई, मेरे नाल इदां होई, नहीं गल बननी। ते इत्थे ते कर्मां दा लेखा होना है। सतगुरु आखदे ने कीता किशू ना होवई लिखिया धुर संजोग। जिहड़े धुरों कर्म साडे लिखे जाने ने, जदों लिखे गए फिर उहदे विच कोई कुछ नहीं कर सकता, कोई नहीं बचा सकता। बड़ भागी मेरा प्रभ मिलै ता उतरें सब वियोग। सतगुरु कहंदे जे बड़े भाग हैगे है, सतसंगत करन दे मिल गए, तो फिर जे गुरु मिल गया तो परमात्मा भी मिल गया। गुर परमात्मा इको ही है। जिन्होंने बड़े भागा नाल गुरु परमेश्वर मिल गया, सतगुरु पातशाह कहंदे ने, ते फिर उहदे भाग जाग पे, जाग पे। नानक को प्रभ राख ले मेरे साहिब बंदी मोच। सतगुरु पातशाह जन्मां जन्मांतरां दे बंधनां दे विचों तुसीं कड्ढण वाले हो, ते तुसीं दुनिया दे विच आ पए होए बंधन भी तुसीं तोड़न वाले हो। सतगुरु महाराज किरपा कर दिंदे ने, सतगुरु महाराज मेहर कर दिंदे ने। जिहड़ा गुरु की शरण दे विच आ जांदा है, जो शरण आवे तिस कंठ लावे, ये बिरध स्वामी संधा। सतगुरु महाराज इस तरह किरपा करते हैं। धन गुरु अर्जन देव पातशाह कहते हैं, इस करके गुरु साहिबा ने बचन कीते ने, कत्तिक होवै साध संग बिनसै सबे सोच। सतगुरु महाराज बचन करते हैं इस शब्द की आखिरी पंक्ति के अंदर, कहते ये जीवन जिहड़ा है ये सतसंगत प्राप्त हो जावे,
ਤੇ ਜੀਵਨ ਬਹੁਤ ਸੋਹਣਾ ਬਣ ਜਾਂਦਾ ਹੈ। ਸਤ ਸੰਗਤ ਤੋਂ ਵਾਂਝੇ ਰਹਿ ਜਾਈਏ ਤੇ ਜੀਵਨ ਜਿਹੜਾ ਹੈ ਉਹ ਨਰਕ ਬਣ ਜਾਂਦਾ ਹੈ। ਇਸ ਲਈ ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਮੇਰਾ ਜੀਵਨ ਬਹੁਤ ਸੋਹਣਾ, ਬਹੁਤ ਸੁਚੱਜਾ, ਖੁਸ਼ੀਆਂ ਭਰਿਆ ਹੋਵੇ, ਆਨੰਦ ਤੇ ਖੇੜਿਆਂ ਦੇ ਨਾਲ ਭਰਪੂਰ ਹੋਵੇ। ਸੋ ਇਸ ਲਈ ਸਾਧ ਸੰਗਤ ਤੇ ਜਿਹੜੇ ਪਿਛਲੇ ਦਿਨ ਬੀਤ ਗਏ ਨੇ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਦੇ ਕਰਮ ਕੀਤੇ ਨੇ ਉਹਨਾਂ ਨੂੰ ਛੱਡੋ ਤੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਹੋ ਤੇ ਗੁਰੂ ਕਿਰਪਾ ਕਰ ਦੇਣ। ਸੋ ਗੁਰੂ ਸਾਹਿਬਾਨ ਨੇ ਜੋ ਬਚਨ ਕੀਤੇ ਨੇ ਤੇ ਉਹਨਾਂ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਸਾਹਿਬਾਨ ਦੇ ਪਾਵਨ ਬਚਨਾਂ ਦੇ ਨਾਲ ਸਾਂਝ ਪਾ ਕੇ ਆਪਣਾ ਜੀਵਨ ਸਫਲ ਕਰਨਾ ਹੈ। ਗੁਰੂ ਸਾਹਿਬ ਕਿਰਪਾ ਕਰਨ ਜੀ, ਇੰਨੇ ਕੁ ਅੱਖਰ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।